ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੱਜ ਪਵਿੱਤਰ ਕੇਦਾਰਨਾਥ ਧਾਮ ਦੀ ਯਾਤਰਾ ਕੀਤੀ। ਉਹਨਾਂ ਕੇਦਾਰਨਾਥ ਮੰਦਿਰ ਦੇ ਗਰਭਗ੍ਰਹਿ ਵਿੱਚ ਸਥਿਤ ਜੋਤਿਰਲਿੰਗ ਦੀ ਪੂਜਾ ਅਰਚਨਾ ਕੀਤੀ। ਭਾਰਤ ਵਿੱਚ ਸਥਿਤ 12 ਜੋਤਿਰਲਿੰਗ, 4 ਪਵਿੱਤਰ ਧਾਮ ਅਤੇ ਹੋਰ ਪਵਿੱਤਰ ਅਸਥਾਨਾਂ ਤੇ ਵੀ ਪੂਜਾ ਅਰਚਨਾ ਦੀ ਰਸਮ ਅਦਾ ਕੀਤੀ ਗਈ ਹੈ, ਪਰੰਤੂ ਇਨ੍ਹਾਂ ਵਿੱਚੋਂ ਕੇਦਾਰਨਾਥ ਦੀ ਪੂਜਾ ਅਰਚਨਾ ਪ੍ਰਮੁੱਖ ਹੈ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਆਦਿ ਸ਼ੰਕਰਾਚਾਰਿਆ ਜੀ ਦੀ ਸਮਾਧੀ ਤੇ ਨਤਮਸਤਕ ਹੋਏ ਅਤੇ ਉਹਨਾਂ ਸ਼੍ਰੀ ਆਦਿ ਸ਼ੰਕਰਾਚਾਰਿਆ ਜੀ ਦੀ ਮੂਰਤੀ ਤੋਂ ਪਰਦਾ ਹਟਾਉਣ ਦੀ ਰਸਮ ਵੀ ਨਿਭਾਈ। ਉਹਨਾਂ ਕੇਦਾਰਨਾਥ ਵਿੱਚ ਚੱਲ ਰਹੇ ਵੱਖੋ ਵੱਖਰੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ ਅਤੇ ਉਹਨਾਂ ਵਿਕਾਸ ਕਾਰਜਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਇਸ ਮੌਕੇ ਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਲੋਕਾਂ ਨੂੰ ਸੰਬੋਧਨ ਕੀਤਾ। ਜੈ ਬਾਬਾ ਕੇਦਾਰ, ਜੈ ਬਾਬਾ ਕੇਦਾਰ, ਜੈ ਬਾਬਾ ਕੇਦਾਰ। ਦੇਵੀ ਪ੍ਰਤਾਪ ਨਾਲ ਸਜੇ ਹੋਏ ਇਸ ਪਵਿੱਤਰ ਪ੍ਰੋਗਰਾਮ ਵਿੱਚ ਆਪਣੇ ਨਾਲ ਮੰਚ ਉੱਤੇ ਹਾਜ਼ਰ ਸਾਰੀਆਂ ਸਨਮਾਨਿਤ ਸ਼ਖਸੀਅਤਾਂ, ਇਸ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਹੋਏ ਸਾਰੇ ਸ਼ਰਧਾਲੂ, ਆਪ ਸਭ ਨੂੰ ਆਦਰ ਪੂਰਵਕ ਮੇਰਾ ਨਮਸਕਾਰ। ਅੱਜ ਸਾਰੇ ਮੱਠਾਂ, ਸਾਰੇ 12 ਜੋਤਿਰਲਿੰਗਾਂ, ਅਨੇਕ ਸ਼ਿਵਾਲय, ਅਨੇਕ ਸ਼ਕਤੀ ਧਾਮ, ਅਨੇਕ ਤੀਰਥ ਸਥਾਨ ਉੱਤੇ ਦੇਸ਼ ਦੇ ਮੰਨੇ ਪ੍ਰਮੰਨੇ ਮਹਾਂਪੁਰਖ, ਪੂਜਨੀਕ ਸੰਤ, ਪੂਜਨੀਕ ਸ਼ੰਕਰਾਚਾਰਿਆ ਪਰੰਪਰਾ ਨਾਲ ਜੁੜੇ ਸਭ ਵੱਡੇ ਵੱਡੇ ਰਿਸ਼ੀ ਮੁਨੀ ਜੀ ਅਤੇ ਅਨੇਕ ਸ਼ਰਧਾਲੂ ਵੀ ਦੇਸ਼ ਦੇ ਹਰੇਕ ਕੋਨੇ ਤੋਂ ਅੱਜ ਕੇਦਾਰਨਾਥ ਦੀ ਇਸ ਪਵਿੱਤਰ ਭੂਮੀ ਦੇ ਨਾਲ, ਇਸ ਪਵਿੱਤਰ ਮਾਹੌਲ ਦੇ ਨਾਲ ਸਰੀਰਕ ਤੌਰ ਤੇ ਨਾ ਸਹੀ ਪਰ ਆਤਮਿਕ ਰੂਪ ਨਾਲ ਵਰਚੁਅਲ ਮਾਧਿਅਮ ਰਾਹੀਂ ਟੈਕਨੋਲੋਜੀ ਦੀ ਮਦਦ ਨਾਲ ਉਹ ਉੱਥੋਂ ਸਾਨੂੰ ਆਸ਼ੀਰਵਾਦ ਦੇ ਰਹੇ ਨੇ। ਆਪ ਸਭ ਆਦਿ ਸ਼ੰਕਰਾਚਾਰਿਆ ਜੀ ਦੀ ਸਮਾਧੀ ਦੀ ਮੁੜ ਸਥਾਪਨਾ ਦੇ ਗਵਾਹ ਬਣ ਰਹੇ ਹੋ। ਇਹ ਭਾਰਤ ਦੀ ਅਧਿਆਤਮਕ ਖੁਸ਼ਹਾਲੀ ਅਤੇ ਵਿਆਪਕਤਾ ਦਾ ਬਹੁਤ ਅਲੌਕਿਕ ਦ੍ਰਿਸ਼ ਹੈ। ਆਪਣਾ ਦੇਸ਼ ਤਾਂ ਇੰਨਾ ਵਿਸ਼ਾਲ ਹੈ, ਇੰਨੀ ਮਹਾਨ ਰਿਸ਼ੀ ਪਰੰਪਰਾ ਹੈ, ਇੱਕ ਤੋਂ ਵੱਧ ਕੇ ਇੱਕ ਤਪਸਵੀ ਅੱਜ ਵੀ ਭਾਰਤ ਦੇ ਕੋਨੇ ਵਿੱਚ ਅਧਿਆਤਮਕ ਚੇਤਨਾ ਨੂੰ ਜਗਾਉਂਦੇ ਰਹਿੰਦੇ ਹਨ। ਅਜਿਹੇ ਅਨੇਕ ਸੰਤ ਅੱਜ ਦੇਸ਼ ਦੇ ਹਰ ਕੋਨੇ ਵਿੱਚ ਅਤੇ ਇੱਥੇ ਵੀ ਆਪਣੇ ਨਾਲ ਜੁੜੇ ਹੋਏ ਨੇ। ਪਰ ਸੰਬੋਧਨ ਵਿੱਚ ਜੇਕਰ ਮੈਂ
ਸਿਰਫ ਮੈਂ ਉਹਨਾਂ ਦੇ ਨਾਂ ਹੀ ਲੈਣਾ ਚਾਹਾਂ ਤਾਂ ਵੀ ਸ਼ਾਇਦ ਇੱਕ ਹਫ਼ਤਾ ਘੱਟ ਪੈ ਜਾਏਗਾ। ਅਤੇ ਜੇਕਰ ਇੱਕ ਅੱਧਾ ਨਾਂ ਛੁੱਟ ਗਿਆ ਤਾਂ ਵੀ ਸ਼ਾਇਦ ਮੈਂ ਜੀਵਨ ਭਰ ਕਿਸੇ ਪਾਪ ਦੇ ਭਾਰ ਹੇਠ ਦਬ ਜਾਵਾਂਗਾ। ਮੇਰੀ ਇੱਛਾ ਹੁੰਦੇ ਹੋਏ ਵੀ ਮੈਂ ਇਸ ਵੇਲੇ ਸਭ ਦੇ ਨਾਮਾਂ ਦਾ ਉਲੇਖ ਨਹੀਂ ਕਰ ਸਕਦਾ, ਪਰ ਮੈਂ ਉਹਨਾਂ ਸਭ ਨੂੰ ਆਦਰ ਸਹਿਤ ਪ੍ਰਣਾਮ ਕਰਦਾ ਹਾਂ। ਉਹ ਜਿੱਥੋਂ ਵੀ ਇਸ ਪ੍ਰੋਗਰਾਮ ਵਿੱਚ ਜੁੜੇ ਹੋਏ ਨੇ, ਉਹਨਾਂ ਦੇ ਆਸ਼ੀਰਵਾਦ ਸਾਡੀ ਬਹੁਤ ਵੱਡੀ ਸ਼ਕਤੀ ਹਨ। ਅਨੇਕ ਪਵਿੱਤਰ ਕਾਰਜ ਕਰਨ ਲਈ ਉਹਨਾਂ ਦੇ ਆਸ਼ੀਰਵਾਦ ਸਾਨੂੰ ਸ਼ਕਤੀ ਦੇਣਗੇ, ਇਹ ਮੇਰਾ ਪੂਰਾ ਭਰੋਸਾ ਹੈ। ਆਪਣੇ ਇੱਥੇ ਕਿਹਾ ਜਾਂਦਾ ਹੈ, आवाहनम न जानामि न जानामि विसर्जनम पूजनम चैवना जानामि क्षमस्व परमेश्वरम। ਇਸੇ ਲਈ ਮੈਂ ਦਿਲੋਂ ਅਜਿਹੇ ਸਾਰੇ ਵਿਅਕਤੀਆਂ ਤੋਂ ਮੁਆਫੀ ਮੰਗਦੇ ਹੋਏ ਇਸ ਪਵਿੱਤਰ ਮੌਕੇ ਤੇ ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਸ਼ੰਕਰਾਚਾਰਿਆ, ਰਿਸ਼ੀ ਮੁਨੀ, ਮਹਾਨ ਸੰਤ ਪਰੰਪਰਾ ਦੇ ਸਾਰੇ ਮੰਨਣ ਵਾਲੇ ਆਪ ਸਭ ਨੂੰ ਇੱਥੋਂ ਹੀ ਪ੍ਰਣਾਮ ਕਰਕੇ ਮੈਂ ਆਪ ਸਭ ਦਾ ਆਸ਼ੀਰਵਾਦ ਮੰਗਦਾ ਹਾਂ। ਸਾਥੀਓ, ਆਪਣੇ ਉਪਨਿਸ਼ਦਾਂ ਵਿੱਚ ਆਦਿ ਸ਼ੰਕਰਾਚਾਰਿਆ ਜੀ ਦੀਆਂ ਰਚਨਾਵਾਂ ਵਿੱਚ ਕਈ ਜਗ੍ਹਾ ਨੇਤੀ ਨੇਤੀ, ਜਦ ਵੀ ਦੇਖੋ ਨੇਤੀ ਨੇਤੀ, ਇੱਕ ਅਜਿਹਾ ਭਾਵ ਵਿਸ਼ਵ ਨੇਤੀ ਨੇਤੀ ਕਹਿ ਕੇ ਇੱਕ ਭਾਵ ਵਿਸ਼ਵ ਦਾ ਵਿਸਥਾਰ ਦਿੱਤਾ ਗਿਆ ਹੈ। ਰਾਮਚਰਿਤ ਮਾਨਸ ਵੀ ਜੇਕਰ ਆਪਾਂ ਦੇਖੀਏ ਤਾਂ ਉਸ ਵਿੱਚ ਵੀ ਇਸ ਗੱਲ ਨੂੰ ਦੁਹਰਾਇਆ ਗਿਆ ਹੈ, ਵੱਖਰੇ ਤਰੀਕੇ ਨਾਲ ਕਿਹਾ ਗਿਆ ਹੈ। ਰਾਮਚਰਿਤ ਮਾਨਸ ਵਿੱਚ ਕਿਹਾ ਗਿਆ ਹੈ ਕਿ अभिगत अकथ अपार, अभिगत अकथ अपार, नेति नेति नित निगम कह, नेति नेति नित निगम कह। ਭਾਵ ਕੁਝ ਅਹਿਸਾਸ ਇੰਨੇ ਅਲੌਕਿਕ, ਇੰਨੇ ਅਨੰਤ ਹੁੰਦੇ ਨੇ ਕਿ ਉਹਨਾਂ ਨੂੰ ਸ਼ਬਦਾਂ ਨਾਲ ਜ਼ਾਹਰ ਨਹੀਂ ਕੀਤਾ ਜਾ ਸਕਦਾ। ਬਾਬਾ ਕੇਦਾਰਨਾਥ ਦੀ ਸ਼ਰਨ ਵਿੱਚ ਆ ਕੇ ਜਦੋਂ ਵੀ ਆਉਂਦਾ ਹਾਂ, ਇੱਥੋਂ ਦੇ ਕਣ ਕਣ ਨਾਲ ਜੁੜ ਜਾਂਦਾ ਹਾਂ। ਇੱਥੋਂ ਦੀਆਂ ਹਵਾਵਾਂ, ਇਹ ਹਿਮਾਲਿਆ ਦੀਆਂ ਚੋਟੀਆਂ, ਇਹ ਬਾਬਾ ਕੇਦਾਰ ਦੀ ਗੋਦ ਪਤਾ ਨਹੀਂ ਕਿਹੋ ਜਿਹੇ ਅਹਿਸਾਸ ਵੱਲ ਖਿੱਚ ਕੇ ਲੈ ਜਾਂਦੀ ਹੈ, ਜਿਸ ਦੇ ਲਈ ਮੇਰੇ ਕੋਲ ਸ਼ਬਦ ਹੈ ਹੀ ਨਹੀਂ। ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਕੱਲ੍ਹ ਮੈਂ ਸਰਹੱਦ ਉੱਤੇ ਆਪਣੇ ਸੈਨਿਕਾਂ ਦੇ ਨਾਲ ਸੀ। ਅਤੇ ਅੱਜ ਤਾਂ ਫਿਰ ਇਹ ਸੈਨਿਕਾਂ ਦੀ ਭੂਮੀ ਤੇ ਹਾਂ। ਮੈਂ ਤਿਉਹਾਰਾਂ ਦੀਆਂ ਖੁਸ਼ੀਆਂ ਮੇਰੇ ਦੇਸ਼ ਦੇ ਜਵਾਨ ਵੀਰ ਸੈਨਿਕਾਂ ਦੇ ਨਾਲ ਵੰਡੀਆਂ। ਦੇਸ਼ ਵਾਸੀਆਂ ਦੇ ਪਿਆਰ ਦਾ ਸੁਨੇਹਾ, ਦੇਸ਼ ਵਾਸੀਆਂ ਦੀ ਉਹਨਾਂ ਦੇ ਪ੍ਰਤੀ ਸ਼ਰਧਾ
ਦੇਸ਼ ਵਾਸੀਆਂ ਦੇ ਆਸ਼ੀਰਵਾਦ 130 ਕਰੋੜ ਆਸ਼ੀਰਵਾਦ ਲੈ ਕੇ ਮੈਂ ਕੱਲ ਸੈਨਾ ਦੇ ਜਵਾਨਾਂ ਦੇ ਵਿੱਚ ਗਿਆ ਸੀ ਅਤੇ ਅੱਜ ਮੈਨੂੰ ਗੋਵਰਧਨ ਪੂਜਾ ਦੇ ਦਿਨ ਅਤੇ ਗੁਜਰਾਤ ਦੇ ਲੋਕਾਂ ਲਈ ਤਾਂ ਅੱਜ ਨਵਾਂ ਸਾਲ ਹੈ। ਗੋਵਰਧਨ ਪੂਜਾ ਦੇ ਦਿਨ ਕੇਦਾਰਨਾਥ ਜੀ ਦੇ ਦਰਸ਼ਨ ਪੂਜਾ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ। ਬਾਬਾ ਕੇਦਾਰ ਦੇ ਦਰਸ਼ਨ ਦੇ ਨਾਲ ਹੀ ਹੁਣੇ ਮੈਂ ਆਦਿ ਸ਼ੰਕਰਾਚਾਰਿਆ ਜੀ ਦੇ ਸਮਾਧੀ ਸਥਲ ਉੱਥੇ ਕੁਝ ਪਲ ਮੈਂ ਗੁਜ਼ਾਰੇ। ਇੱਕ ਦੈਵੀ ਅਹਿਸਾਸ ਦਾ ਉਹ ਪਲ ਸੀ। ਸਾਹਮਣੇ ਬੈਠਦੇ ਹੀ ਲੱਗ ਰਿਹਾ ਸੀ ਕਿ ਆਦਿ ਸ਼ੰਕਰ ਜੀ ਦੀਆਂ ਅੱਖਾਂ 'ਚੋਂ ਉਹ ਤੇਜ਼ ਦੀ ਕਿਰਨ, ਉਹ ਪ੍ਰਕਾਸ਼ ਦੀ ਕਿਰਨ ਪ੍ਰਵਾਹਿਤ ਹੋ ਰਹੀ ਹੈ ਜੋ ਸ਼ਾਨਦਾਰ ਭਾਰਤ ਦਾ ਭਰੋਸਾ ਜਗਾ ਰਹੀ ਹੈ। ਸ਼ੰਕਰਾਚਾਰਿਆ ਜੀ ਦੀ ਸਮਾਧੀ ਇੱਕ ਵਾਰ ਫੇਰ ਹੋਰ ਜ਼ਿਆਦਾ ਦੈਵੀ ਸਰੂਪ ਦੇ ਨਾਲ ਆਪਣੇ ਸਭ ਦੇ ਦਰਮਿਆਨ ਹੈ। ਇਸ ਦੇ ਨਾਲ ਹੀ ਸਰਸਵਤੀ ਤਟ ਉੱਤੇ ਘਾਟ ਦੀ ਉਸਾਰੀ ਵੀ ਹੋ ਚੁੱਕੀ ਹੈ ਅਤੇ ਮੰਦਾਕਿਨੀ ਉੱਤੇ ਬਣੇ ਪੁਲ ਨਾਲ ਗਰੁੜ ਚੱਟੀ ਉਸ ਮਾਰਗ ਨੂੰ ਵੀ ਸੁਖਾਲਾ ਕਰ ਦਿੱਤਾ ਗਿਆ ਹੈ ਅਤੇ ਗਰੁੜ ਚੱਟੀ ਨਾਲ ਤਾਂ ਮੇਰਾ ਖਾਸ ਰਿਸ਼ਤਾ ਵੀ ਰਿਹਾ ਹੈ। ਇੱਥੇ ਇੱਕ ਦੋ ਲੋਕ ਹੈਗੇ ਨੇ ਪੁਰਾਣੇ ਜੋ ਪਹਿਚਾਣ ਜਾਂਦੇ ਨੇ। ਮੈਂ ਤੁਹਾਡੇ ਦਰਸ਼ਨ ਕੀਤੇ, ਮੈਨੂੰ ਚੰਗਾ ਲੱਗਿਆ। ਸਾਧੂ ਤਾਂ ਚੱਲਦੇ ਭਲੇ, ਭਾਵ ਪੁਰਾਣੇ ਲੋਕ ਤਾਂ ਹੁਣ ਚਲੇ ਗਏ ਨੇ। ਕੁਝ ਲੋਕ ਇਸ ਸਥਾਨ ਨੂੰ ਛੱਡ ਕੇ ਚਲੇ ਗਏ, ਕੁਝ ਲੋਕ ਇਸ ਧਰਤੀ ਨੂੰ ਛੱਡ ਕੇ ਚਲੇ ਗਏ। ਹੁਣ ਮੰਦਾਕਿਨੀ ਦੇ ਕਿਨਾਰੇ ਹੜ੍ਹ ਤੋਂ ਸੁਰੱਖਿਆ ਲਈ ਜਿਸ ਦੀਵਾਰ ਦੀ ਉਸਾਰੀ ਕੀਤੀ ਗਈ ਹੈ, ਇਸ ਨਾਲ ਸ਼ਰਧਾਲੂਆਂ ਦੀ ਯਾਤਰਾ ਹੁਣ ਹੋਰ ਸੁਰੱਖਿਅਤ ਹੋ ਗਈ ਹੈ। ਤੀਰਥ ਪੁਰੋਹਿਤਾਂ ਦੇ ਲਈ ਨਵੀਂ ਬਣੀ ਰਿਹਾਇਸ਼ ਨਾਲ ਉਹਨਾਂ ਨੂੰ ਹਰ ਮੌਸਮ ਵਿੱਚ ਸੁਵਿਧਾ ਹੋਵੇਗੀ। ਭਗਵਾਨ ਕੇਦਾਰਨਾਥ ਦੀ ਸੇਵਾ ਉਹਨਾਂ ਦੇ ਲਈ ਹੁਣ ਕੁਝ ਸਰਲ ਹੋਵੇਗੀ, ਕੁਝ ਸੁਖਾਲੀ ਹੋਵੇਗੀ। ਅਤੇ ਮੈਂ ਤਾਂ ਪਹਿਲਾਂ ਦੇਖਿਆ ਹੈ, ਕਦੇ ਕੁਦਰਤੀ ਆਫਤ ਆ ਜਾਂਦੀ ਸੀ ਤਾਂ ਤੀਰਥ ਯਾਤਰੀ ਇੱਥੇ ਫਸ ਜਾਂਦੇ ਸੀ, ਤਾਂ ਇਹਨਾਂ ਪੁਰੋਹਿਤਾਂ ਦੇ ਘਰਾਂ ਵਿੱਚ ਹੀ ਇੱਕ ਇੱਕ ਕਮਰੇ ਵਿੱਚ ਇੰਨੇ ਲੋਕ ਆਪਣਾ ਸਮਾਂ ਕੱਟਦੇ ਸੀ। ਅਤੇ ਮੈਂ ਦੇਖਦਾ ਸੀ ਸਾਡੇ ਪੁਰੋਹਿਤ ਖੁਦ ਬਾਹਰ ਠੰਡ ਵਿੱਚ ਠਰਦੇ ਸੀ, ਪਰ ਉਹਨਾਂ ਦੇ ਜੋ ਜਜਮਾਨ ਆਉਂਦੇ ਸੀ ਉਹਨਾਂ ਦੀ ਚਿੰਤਾ ਕਰਦੇ ਸੀ। ਮੈਂ ਇਹ ਸਭ ਵੇਖਿਆ ਹੋਇਆ ਹੈ, ਉਹਨਾਂ ਦੇ ਭਗਤੀ ਭਾਵ ਨੂੰ ਮੈਂ ਦੇਖਿਆ ਹੋਇਆ ਹੈ। ਹੁਣ ਉਹਨਾਂ ਮੁਸੀਬਤਾਂ ਤੋਂ ਉਹਨਾਂ ਨੂੰ ਮੁਕਤੀ ਮਿਲਣ ਵਾਲੀ ਹੈ। ਸਾਥੀਓ, ਅੱਜ ਇੱਥੇ ਯਾਤਰੀ ਸੇਵਾਵਾਂ ਅਤੇ ਸੁਵਿਧਾਵਾਂ ਨਾਲ ਜੁੜੀਆਂ ਕਈ ਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਸੈਲਾਨੀ ਸੁਵਿਧਾ ਕੇਂਦਰ ਦੀ ਉਸਾਰੀ ਹੋਵੇ, ਯਾਤਰੀਆਂ ਅਤੇ ਇਸ ਇਲਾਕੇ ਦੇ ਲੋਕਾਂ ਦੀ ਸੁਵਿਧਾ ਦੇ ਲਈ ਆਧੁਨਿਕ ਹਸਪਤਾਲ ਹੋਵੇ, ਸਾਰੀਆਂ ਸੁਵਿਧਾਵਾਂ ਵਾਲਾ ਹਸਪਤਾਲ ਹੋਵੇ, ਰੇਨ ਸ਼ੈਲਟਰ ਹੋਵੇ। ਇਹ ਸਾਰੀਆਂ ਸੁਵਿਧਾਵਾਂ ਸ਼ਰਧਾਲੂਆਂ ਦੀ ਸੇਵਾ ਦਾ ਮਾਧਿਅਮ ਬਣਨਗੀਆਂ। ਉਹਨਾਂ ਦੀ ਤੀਰਥ ਯਾਤਰਾ ਨੂੰ ਹੁਣ ਕਸ਼ਟ ਤੋਂ ਮੁਕਤ, ਕੇਦਾਰ ਨਾਲ ਯੁਕਤ ਜੈ ਭੋਲੇ ਦੇ ਚਰਨਾਂ ਵਿੱਚ ਲੀਨ ਹੋਣ ਦਾ ਯਾਤਰੀਆਂ ਨੂੰ ਇੱਕ ਸੁਖਮਈ ਅਹਿਸਾਸ
ਹੋਵੇਗਾ। ਸਾਥੀਓ, ਕਈ ਵਰ੍ਹੇ ਪਹਿਲਾਂ ਜੋ ਨੁਕਸਾਨ ਇੱਥੇ ਹੋਇਆ ਸੀ ਉਹ ਕਲਪਨਾ ਤੋਂ ਵੀ ਪਰੇ ਸੀ। ਮੈਂ ਮੁੱਖ ਮੰਤਰੀ ਤਾਂ ਗੁਜਰਾਤ ਦਾ ਸੀ, ਪਰ ਮੈਂ ਆਪਣੇ ਆਪ ਨੂੰ ਰੋਕ ਨਹੀਂ ਸੀ ਸਕਿਆ। ਮੈਂ ਇੱਥੇ ਭੱਜਿਆ ਆਇਆ ਸੀ। ਮੈਂ ਆਪਣੇ ਅੱਖੀਂ ਉਸ ਤਬਾਹੀ ਨੂੰ ਵੇਖਿਆ ਸੀ, ਦਰਦ ਨੂੰ ਵੇਖਿਆ ਸੀ। ਜੋ ਲੋਕ ਇੱਥੇ ਆਉਂਦੇ ਸੀ ਉਹ ਸੋਚਦੇ ਸੀ ਕਿ ਕੀ ਆਪਣਾ ਇਹ ਕੇਦਾਰ ਧਾਮ, ਇਹ ਆਪਣਾ ਕੇਦਾਰਪੁਰੀ ਫੇਰ ਤੋਂ ਉੱਠ ਖੜਾ ਹੋਏਗਾ। ਪਰ ਮੇਰੇ ਅੰਦਰ ਦੀ ਆਵਾਜ਼ ਕਹਿ ਰਹੀ ਸੀ ਕਿ ਪਹਿਲਾਂ ਤੋਂ ਵੀ ਵੱਧ ਆਣ ਬਾਣ ਸ਼ਾਨ ਨਾਲ ਖੜਾ ਹੋਏਗਾ। ਅਤੇ ਇਹ ਮੇਰਾ ਵਿਸ਼ਵਾਸ ਬਾਬਾ ਕੇਦਾਰ ਦੇ ਕਾਰਨ ਸੀ, ਆਦਿ ਸ਼ੰਕਰ ਦੀ ਸਾਧਨਾ ਦੇ ਕਾਰਨ ਸੀ, ਰਿਸ਼ੀਆਂ ਮੁਨੀਆਂ ਦੀ ਤਪੱਸਿਆ ਦੇ ਕਾਰਨ ਸੀ। ਪਰ ਨਾਲੋਂ ਨਾਲ ਕੱਛ ਦੇ ਭੁਚਾਲ ਤੋਂ ਬਾਅਦ ਕੱਛ ਨੂੰ ਖੜਾ ਕਰਨ ਦਾ ਮੇਰੇ ਕੋਲ ਤਜਰਬਾ ਵੀ ਸੀ, ਅਤੇ ਇਸੇ ਲਈ ਮੇਰਾ ਭਰੋਸਾ ਸੀ। ਅਤੇ ਅੱਜ ਉਹ ਭਰੋਸਾ ਆਪਣੀਆਂ ਅੱਖਾਂ ਦੇ ਸਾਹਮਣੇ ਸਾਕਾਰ ਹੋਇਆ ਦੇਖਣਾ, ਇਸ ਤੋਂ ਵੱਧ ਜ਼ਿੰਦਗੀ ਦਾ ਹੋਰ ਕਿਹੜਾ ਸੰਤੋਖ ਹੋਵੇਗਾ। ਮੈਂ ਇਸ ਨੂੰ ਆਪਣੀ ਖੁਸ਼ਕਿਸਮਤੀ ਮੰਨਦਾ ਹਾਂ ਕਿ ਬਾਬਾ ਕੇਦਾਰ ਨੇ, ਸੰਤਾਂ ਦੇ ਆਸ਼ੀਰਵਾਦ ਨੇ, ਇਸ ਪਵਿੱਤਰ ਧਰਤੀ ਨੇ ਜਿਸ ਮਿੱਟੀ ਨੇ, ਜਿਸ ਦੀਆਂ ਹਵਾਵਾਂ ਨੇ ਕਦੇ ਮੈਨੂੰ ਪਾਲਿਆ ਪੋਸਿਆ ਸੀ, ਉਸ ਦੀ ਸੇਵਾ ਕਰਨ ਦਾ ਸੁਭਾਗ ਮਿਲਣਾ, ਇਸ ਤੋਂ ਵੱਡਾ ਜੀਵਨ ਦਾ ਪੁੰਨ ਕੀ ਹੋਵੇਗਾ। ਇਸ ਆਦ ਭੂਮੀ ਉੱਤੇ ਸ਼ਾਸਵਤ ਦੇ ਨਾਲ ਆਧੁਨਿਕਤਾ ਦੇ ਇਹ ਮੇਲ, ਵਿਕਾਸ ਦੇ ਇਹ ਕੰਮ ਭਗਵਾਨ ਸ਼ੰਕਰ ਦੀ ਸਹਿਜ ਕਿਰਪਾ ਦਾ ਹੀ ਨਤੀਜਾ ਹੈ। ਇਹ ਇਨਸਾਨ ਨਹੀਂ, ਇਨਸਾਨ ਕ੍ਰੈਡਿਟ ਨਹੀਂ ਲੈ ਸਕਦਾ। ਈਸ਼ਵਰ ਕਿਰਪਾ ਹੀ ਇਸ ਦੀ ਹੱਕਦਾਰ ਹੈ। ਮੈਂ ਇਹਨਾਂ ਪਵਿੱਤਰ ਉਪਰਾਲਿਆਂ ਦੇ ਲਈ ਉੱਤਰਾਖੰਡ ਸਰਕਾਰ ਦਾ, ਸਾਡੇ ਊਰਜਾਵਾਨ ਨੌਜਵਾਨ ਮੁੱਖ ਮੰਤਰੀ ਧਾਮੀ ਜੀ ਦਾ, ਅਤੇ ਇਹਨਾਂ ਕੰਮਾਂ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਸਾਰੇ ਲੋਕਾਂ ਦਾ ਵੀ ਅੱਜ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਇਹਨਾਂ ਸੁਪਨਿਆਂ ਨੂੰ ਪੂਰਾ ਕੀਤਾ ਹੈ। ਮੈਨੂੰ ਪਤਾ ਹੈ ਇੱਥੇ ਬਰਫ਼ਬਾਰੀ ਦੇ ਵਿੱਚ ਵੀ ਕਿਸ ਤਰ੍ਹਾਂ, ਯਾਨੀ ਸਾਲ ਭਰ ਕੰਮ ਕਰਨਾ ਮੁਸ਼ਕਿਲ ਹੈ। ਇੱਥੇ ਬਹੁਤ ਘੱਟ ਸਮਾਂ ਮਿਲਦਾ ਹੈ, ਪਰ ਬਰਫ਼ਬਾਰੀ ਦੇ ਵਿੱਚ ਵੀ ਆਪਣੇ ਇਹ ਸਭ ਭਾਈ ਭੈਣਾਂ ਜੋ ਪਹਾੜਾਂ ਦੇ ਨਹੀਂ ਸੀ, ਬਾਹਰੋਂ ਆਏ ਸੀ, ਉਹ ਇਸ ਨੂੰ ਭਗਵਾਨ ਦਾ ਕਾਰਜ ਮੰਨ ਕੇ ਬਰਫ਼ ਪੈਂਦੀ ਦੇ ਵਿੱਚ ਵੀ, ਮਨਫੀ ਤਾਪਮਾਨ ਦੇ ਵਿੱਚ ਵੀ ਕੰਮ ਛੱਡ ਕੇ ਜਾਂਦੇ ਨਹੀਂ ਸੀ, ਕੰਮ ਕਰਦੇ ਰਹਿੰਦੇ ਸੀ। ਤਦ ਜਾ ਕੇ ਇਹ ਕੰਮ ਹੋ ਸਕਿਆ ਹੈ। ਮੇਰਾ ਮਨ ਇੱਥੇ ਲੱਗਿਆ ਰਹਿੰਦਾ ਸੀ, ਤਾਂ ਵਿੱਚੋਂ ਵਿੱਚੋਂ ਮੈਂ ਡਰੋਨ ਦੀ ਮਦਦ ਨਾਲ, ਟੈਕਨੋਲੋਜੀ ਦੀ ਮਦਦ ਨਾਲ
ਮੇਰੇ ਦਫ਼ਤਰ ਤੋਂ ਇਥੋਂ ਦੀ ਪੂਰੀ ਮੈਂ ਵਰਚੁਅਲ ਯਾਤਰਾ ਕਰਦਾ ਸੀ। ਲਗਾਤਾਰ ਇਸ ਦੀਆਂ ਬਾਰੀਕੀਆਂ ਨੂੰ ਮੈਂ ਦੇਖਦਾ ਸੀ। ਕੰਮ ਕਿੰਨਾ ਹੋਇਆ, ਮਹੀਨਾ ਪਹਿਲਾਂ ਕਿੱਥੇ ਸੀ, ਇਸ ਮਹੀਨੇ ਕਿੱਥੇ ਪਹੁੰਚੇ, ਲਗਾਤਾਰ ਦੇਖਦਾ ਸੀ। ਮੈਂ ਕੇਦਾਰਨਾਥ ਮੰਦਿਰ ਦੇ ਸਾਰੇ ਪੁਜਾਰੀਆਂ ਦਾ ਵੀ ਅੱਜ ਖਾਸ ਧੰਨਵਾਦ ਕਰਨਾ ਚਾਹੁੰਦਾ ਹਾਂ, ਕਿਉਂਕਿ ਉਹਨਾਂ ਦੇ ਹਾਂ ਪੱਖੀ ਰਵੱਈਏ ਦੇ ਕਾਰਨ ਹੀ, ਉਹਨਾਂ ਦੇ ਹਾਂ ਪੱਖੀ ਉਪਰਾਲਿਆਂ ਦੇ ਕਾਰਨ ਹੀ ਅਤੇ ਪਰੰਪਰਾਵਾਂ ਬਾਰੇ ਉਹ ਸਾਡਾ ਜੋ ਮਾਰਗਦਰਸ਼ਨ ਕਰਦੇ ਰਹੇ, ਉਸ ਦੇ ਕਾਰਨ ਅਸੀਂ ਇਸ ਨੂੰ, ਇਸ ਪੁਰਾਣੀ ਵਿਰਾਸਤ ਨੂੰ ਵੀ ਬਚਾ ਸਕੇ ਅਤੇ ਆਧੁਨਿਕਤਾ ਵੀ ਲਿਆ ਸਕੇ। ਅਤੇ ਇਸ ਦੇ ਲਈ ਮੈਂ ਇਹਨਾਂ ਪੁਜਾਰੀਆਂ ਦਾ, ਰਾਵਲ ਪਰਿਵਾਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਆਦਿ ਸ਼ੰਕਰਾਚਾਰੀਆ ਜੀ ਦੇ ਵਿਸ਼ੇ ਵਿੱਚ ਆਪਣੇ ਵਿਦਵਾਨਾਂ ਨੇ ਕਿਹਾ ਹੈ, ਸ਼ੰਕਰਾਚਾਰੀਆ ਜੀ ਦੇ ਜ਼ਰੀਏ ਹਰ ਵਿਦਵਾਨ ਨੇ ਕਿਹਾ ਹੈ, शंकरो शंकरः साक्षात। ਭਾਵ ਆਚਾर्य ਸ਼ੰਕਰ ਸਾਖਸ਼ਾਤ ਭਗਵਾਨ ਸ਼ੰਕਰ ਦਾ ਹੀ ਸਰੂਪ ਸਨ। ਇਹ ਮਹਿਮਾ, ਇਹ ਦੈਵਤਵ ਤੁਸੀਂ ਉਹਨਾਂ ਦੇ ਜੀਵਨ ਦੇ ਹਰ ਪਲ ਵਿੱਚ ਆਪਾਂ ਮਹਿਸੂਸ ਕਰ ਸਕਦੇ ਹਾਂ। ਉਸ ਵੱਲ ਜ਼ਰਾ ਨਜ਼ਰ ਕਰੀਏ ਤਾਂ ਸਾਰੀਆਂ ਯਾਦਾਂ ਸਾਹਮਣੇ ਆ ਜਾਂਦੀਆਂ ਨੇ। ਛੋਟੀ ਜਿਹੀ ਉਮਰ ਵਿੱਚ, ਬਾਲਕ ਉਮਰ ਵਿੱਚ ਅਨੋਖਾ ਬੋਧ, ਬਾਲ ਉਮਰ ਤੋਂ ਹੀ ਸ਼ਾਸਤਰਾਂ ਦਾ ਗਿਆਨ, ਵਿਗਿਆਨ ਦਾ ਨਿਰੰਤਰ ਚਿੰਤਨ ਅਤੇ ਜਿਸ ਉਮਰ ਵਿੱਚ ਇੱਕ ਸਧਾਰਨ ਇਨਸਾਨ ਆਮ ਤੌਰ ਤੇ ਸੰਸਾਰ ਦੀਆਂ ਗੱਲਾਂ ਨੂੰ ਥੋੜ੍ਹਾ ਥੋੜ੍ਹਾ ਦੇਖਣਾ ਸਮਝਣਾ ਸ਼ੁਰੂ ਕਰਦਾ ਹੈ, ਥੋੜ੍ਹੀ ਜਾਗਰਤੀ ਦਾ ਆਰੰਭ ਹੁੰਦਾ ਹੈ, ਉਸ ਉਮਰ ਵਿੱਚ ਉਹ ਵੇਦਾਂਤ ਦੀ ਗਹਿਰਾਈ ਨੂੰ, ਉਹਨਾਂ ਦੇ ਅਰਥਾਂ ਨੂੰ ਸਾਂਗੋ ਪਾਂਗ ਵਿਵੇਚਨ, ਉਸ ਦੀ ਵਿਆਖਿਆ ਧਾਰਾ ਪ੍ਰਵਾਹ ਰੂਪ ਨਾਲ ਕਰਿਆ ਕਰਦੇ ਸਨ। ਇਹ ਸ਼ੰਕਰ ਦੇ ਅੰਦਰ ਸਾਖਸ਼ਾਤ, ਸ਼ੰਕਰ ਦੇ ਅੰਦਰ ਸਾਖਸ਼ਾਤ ਸ਼ੰਕਰਤਵ ਦਾ ਜਾਗਰਣ ਦੇ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ। ਇਹ ਸ਼ੰਕਰਤਵ ਦਾ ਜਾਗਰਣ ਸੀ। ਇੱਥੇ ਸੰਸਕ੍ਰਿਤ ਅਤੇ ਵੇਦਾਂ ਦੇ ਵੱਡੇ ਵੱਡੇ ਪੰਡਿਤ ਇੱਥੇ ਵੀ ਬੈਠੇ ਨੇ ਅਤੇ ਵਰਚੁਅਲੀ ਵੀ ਆਪਣੇ ਨਾਲ ਜੁੜੇ ਹੋਏ ਨੇ। ਤੁਸੀਂ ਜਾਣਦੇ ਹੋ ਕਿ ਸ਼ੰਕਰ ਦਾ ਸੰਸਕ੍ਰਿਤ ਵਿੱਚ ਅਰਥ ਬਹੁਤ ਸਰਲ ਹੈ। ਸ਼ੰਕਰ ਦਾ ਅਰਥ ਸੰਸਕ੍ਰਿਤ ਵਿੱਚ ਹੁੰਦਾ ਹੈ ਭਾਵ ਜੋ ਕਲਿਆਣ ਕਰੇ ਉਹੀ ਸ਼ੰਕਰ ਹੈ। ਇਸ ਕਲਿਆਣ ਨੂੰ ਵੀ ਆਚਾर्य ਸ਼ੰਕਰ ਨੇ ਪ੍ਰਤੱਖ ਸਾਬਤ ਕਰ ਦਿੱਤਾ ਸੀ। ਉਹਨਾਂ ਦਾ ਪੂਰਾ ਜੀਵਨ ਜਿੰਨਾ ਗੈਰ ਮਾਮੂਲੀ ਸੀ, ਓਨਾ ਹੀ ਉਹ ਜਨ ਸਧਾਰਨ ਦੇ ਕਲਿਆਣ ਦੇ ਲਈ ਸਮਰਪਿਤ ਸਨ। ਭਾਰਤ ਅਤੇ ਵਿਸ਼ਵ ਦੇ ਕਲਿਆਣ ਦੇ ਲਈ ਹਰ ਵੇਲੇ ਆਪਣੀ ਚੇਤਨਾ ਨੂੰ ਸਮਰਪਿਤ ਕਰਦੇ ਰਹਿੰਦੇ ਸੀ। ਜਦੋਂ ਭਾਰਤ ਰਾਗ ਦਵੇਸ਼ ਦੀ ਘੁੰਮਣ ਘੇਰੀ ਵਿੱਚ ਫਸ ਕੇ ਆਪਣੀ ਏਕਤਾ ਨੂੰ ਗੁਆ ਰਿਹਾ ਸੀ, ਤਦ ਯਾਨੀ ਕਿੰਨਾ ਦੂਰ ਦਾ ਸੰਤ ਦੇਖਦੇ ਹਾਂ, ਤਦ ਸ਼ੰਕਰਾਚਾਰੀਆ ਜੀ ਨੇ ਕਿਹਾ ਸੀ, नमे द्वेष रागो, नमे द्वेष रागो, नमे लोभ मोह,
मदो नैव मैं नैव मात्सर्य भाव। ਭਾਵ ਰਾਗ द्वेष, ਲੋਭ ਮੋਹ, ਈਰਖਾ, ਹੰਕਾਰ, ਇਹ ਸਭ ਆਪਣਾ ਸੁਭਾਅ ਨਹੀਂ ਹੈ। ਜਦ ਭਾਰਤ ਦੀ ਜਾਤ ਪੰਥ ਦੀਆਂ ਹੱਦਾਂ ਤੋਂ ਪਾਰ ਦੇਖੇਗੀ, ਸ਼ੰਕਿਆਂ ਭੁਲੇਖਿਆਂ ਤੋਂ ਉੱਪਰ ਉੱਠਣ ਦੀ ਮਾਨਵ ਜਾਤ ਨੂੰ ਲੋੜ ਸੀ, ਤਦ ਸਮਾਜ ਵਿੱਚ ਚੇਤਨਾ ਭਰੀ ਅਤੇ ਆਦਿ ਸ਼ੰਕਰ ਨੇ ਕਿਹਾ, न मे मृत्यु शंका न मे जाति भेद। ਭਾਵ ਨਾਸ਼ ਵਿਨਾਸ਼ ਦੇ ਸ਼ੰਕੇ, ਜਾਤ ਪਾਤ ਦੇ ਭੇਦ ਭਾਵ ਨਾਲ ਆਪਣੀ ਪਰੰਪਰਾ ਦਾ ਕੋਈ ਲੈਣਾ ਦੇਣਾ ਨਹੀਂ ਹੈ, ਹਿੱਸਾ ਨਹੀਂ ਹੈ। ਆਪਾਂ ਕੀ ਹਾਂ, ਆਪਣਾ ਦਰਸ਼ਨ ਅਤੇ ਵਿਚਾਰ ਕੀ ਹੈ, ਇਹ ਦੱਸਣ ਦੇ ਲਈ ਆਦਿ ਸ਼ੰਕਰ ਨੇ ਕਿਹਾ, चिदानंद रूप चिदानंद रूप शिवोहम शिवोहम चिदानंद रूप शिवोहम शिवोहम। ਭਾਵ ਆਨੰਦ ਸਰੂਪ ਆਪਾਂ ਹੀ ਹਾਂ, ਜੀਵਤਵ ਤੋਂ ਹੀ ਸਿਵਤਵ ਹੈ। ਅਤੇ ਅਦਵੈਤ ਦਾ ਸਿਧਾਂਤ, ਕਦੇ-ਕਦੇ ਅਦਵੈਤ ਦੇ ਸਿਧਾਂਤ ਨੂੰ ਸਮਝਾਉਣ ਦੇ ਲਈ ਵੱਡੇ ਵੱਡੇ ਗ੍ਰੰਥਾਂ ਦੀ ਲੋੜ ਪੈਂਦੀ ਹੈ। ਮੈਂ ਤਾਂ ਐਡਾ ਵਿਦਵਾਨ ਨਹੀਂ ਹਾਂ, ਮੈਂ ਤਾਂ ਸਰਲ ਭਾਸ਼ਾ ਵਿੱਚ ਇੰਨੀ ਗੱਲ ਸਮਝਦਾ ਹਾਂ ਅਤੇ ਮੈਂ ਇੰਨੇ ਹੀ ਕਹਿੰਦਾ ਹਾਂ, ਜਿੱਥੇ द्वैत ਨਹੀਂ ਹੈ ਉਹੀ ਤਾਂ ਅਦਵੈਤ ਹੈ। ਸ਼ੰਕਰਾਚਾਰਿਆ ਜੀ ਨੇ ਭਾਰਤ ਦੀ ਚੇਤਨਾ ਵਿੱਚ ਫਿਰ ਤੋਂ ਜਾਨ ਪਾਈ ਅਤੇ ਸਾਨੂੰ ਸਾਡੀ ਆਰਥਿਕ ਪਰਮਾਰਥਿਕ ਉન્નਤੀ ਦਾ ਮੰਤਰ ਦਿੱਤਾ। ਉਹਨਾਂ ਨੇ ਕਿਹਾ, ਗਿਆਨ ਵਿਹਨਾ, ਦੇਖੋ ਗਿਆਨ ਦੀ ਉਪਾਸਨਾ ਤੇ ਮਹਿਮਾ ਸਾਡੇ ਲਈ ਕਿੰਨਾ ਮਹੱਤਵ ਰੱਖਦੀ ਹੈ। ज्ञान विहीन सर्वमतेन मुक्तिम न भजति जन्मशतेन। ਭਾਵ ਦੁੱਖ, ਕਸ਼ਟ ਅਤੇ ਮੁਸ਼ਕਿਲਾਂ ਤੋਂ ਸਾਡੀ ਮੁਕਤੀ ਦਾ ਇੱਕ ਹੀ ਮਾਰਗ ਹੈ ਅਤੇ ਉਹ ਹੈ ਗਿਆਨ। ਭਾਰਤ ਦੀ ਗਿਆਨ ਦੀ, ਵਿਗਿਆਨ ਅਤੇ ਦਰਸ਼ਨ ਦੀ ਜੋ ਬਹੁਤ ਪੁਰਾਣੀ ਜੋ ਪਰੰਪਰਾ ਹੈ, ਉਸ ਨੂੰ ਆਦਿ ਸ਼ੰਕਰਾਚਾਰਿਆ ਜੀ ਨੇ ਫੇਰ ਤੋਂ ਮੁੜ ਸੁਰਜੀਤ ਕੀਤਾ, ਚੇਤਨਾ ਭਰ ਦਿੱਤੀ। ਸਾਥੀਓ, ਇੱਕ ਵੇਲਾ ਸੀ ਜਦ ਅਧਿਆਤਮ ਨੂੰ, ਧਰਮ ਨੂੰ ਸਿਰਫ ਰੂੜੀਆਂ ਨਾਲ ਜੋੜ ਕੇ ਕੁਝ ਅਜਿਹੀਆਂ ਗਲਤ ਮਰਿਆਦਾ ਅਤੇ ਕਲਪਨਾਵਾਂ ਨਾਲ ਜੋੜ ਕੇ ਦੇਖਿਆ ਜਾਣ ਲੱਗਿਆ ਸੀ। ਪਰ ਭਾਰਤੀ ਦਰਸ਼ਨ ਤਾਂ ਮਾਨਵ ਕਲਿਆਣ ਦੀ ਗੱਲ ਕਰਦਾ ਹੈ। ਜੀਵਨ ਨੂੰ ਪੂਰਨਤਾ ਦੇ ਨਾਲ, ਹੋਲਿਸਟਿਕ ਅਪਰੋਚ ਦੇ ਨਾਲ, ਹੋਲਿਸਟਿਕ ਵੇ ਨਾਲ ਦੇਖਦਾ ਹੈ। ਆਦਿ ਸ਼ੰਕਰਾਚਾਰਿਆ ਜੀ ਨੇ ਸਮਾਜ ਨੂੰ ਇਸ ਸੱਚ ਨਾਲ ਜਾਣੂ ਕਰਾਉਣ ਦਾ ਕੰਮ ਕੀਤਾ। ਉਹਨਾਂ ਨੇ ਪਵਿੱਤਰ ਮੱਠਾਂ ਦੀ ਸਥਾਪਨਾ ਕੀਤੀ, 4 ਧਾਮਾਂ ਦੀ ਸਥਾਪਨਾ ਕੀਤੀ, 12 ਜੋਤਿਰਲਿੰਗਾਂ ਦਾ ਪੁਨਰ ਜਾਗਰਤੀ ਦਾ ਕੰਮ ਕੀਤਾ। ਉਹਨਾਂ ਨੇ
ਸਭ ਕੁਝ ਤਿਆਗ ਕੇ ਦੇਸ਼, ਸਮਾਜ ਅਤੇ ਮਾਨਵਤਾ ਦੇ ਲਈ ਜਿਉਣ ਵਾਲਿਆਂ ਦੀ ਇੱਕ ਤਾਕਤਵਰ ਪਰੰਪਰਾ ਖੜੀ ਕੀਤੀ। ਅੱਜ ਉਹਨਾਂ ਦੇ ਉਪਦੇਸ਼ ਭਾਰਤ ਅਤੇ ਭਾਰਤੀਅਤਾ ਦਾ ਇੱਕ ਤਰ੍ਹਾਂ ਨਾਲ ਮਜ਼ਬੂਤ ਪਹਿਚਾਣ ਬਣੇ ਹੋਏ ਨੇ। ਸਾਡੇ ਲਈ ਧਰਮ ਕੀ ਹੈ? ਧਰਮ ਅਤੇ ਗਿਆਨ ਦਾ ਸੰਬੰਧ ਕੀ ਹੈ? ਅਤੇ ਇਸੇ ਲਈ ਤਾਂ ਕਿਹਾ ਗਿਆ ਹੈ, ਇਸ ਦਾ ਮੰਤਰ ਦੇਣ ਵਾਲੀ ਉਪਨਿਸ਼ਦੀ ਪਰੰਪਰਾ ਕੀ ਹੈ? ਇਹ ਸਾਨੂੰ ਹਰ ਪਲ ਪ੍ਰਸ਼ਨ ਕਰਨਾ ਸਿਖਾਉਂਦੀ ਹੈ ਅਤੇ ਤਦੇ ਤਾਂ ਬਾਲਕ ਨਚੀਕੇਤਾ ਯਮ ਦੇ ਦਰਬਾਰ ਵਿੱਚ ਜਾ ਕੇ ਯਮ ਦੀ ਅੱਖ ਨਾਲ ਅੱਖ ਮਿਲਾ ਕੇ ਪੁੱਛ ਲੈਂਦਾ ਹੈ, ਯਮ ਨੂੰ ਪੁੱਛ ਲੈਂਦਾ ਹੈ, ਵਾਟ ਇਜ਼ ਡੈਥ? ਮੌਤ ਕੀ ਹੈ, ਦੱਸੋ। ਪ੍ਰਸ਼ਨ ਪੁੱਛਣਾ, ਗਿਆਨ ਹਾਸਲ ਕਰਨਾ, ਅਥਾਹ ਤੋਂ ਬ੍ਰਹਮ ਜਿਗਿਆਸਾ। ਆਪਣੀ ਇਸ ਵਿਰਾਸਤ ਨੂੰ ਆਪਣੇ ਮੱਠ ਹਜ਼ਾਰਾਂ ਸਾਲਾਂ ਤੋਂ ਜੀਵਤ ਰੱਖੇ ਹੋਏ ਹਨ, ਉਸ ਨੂੰ ਖੁਸ਼ਹਾਲ ਕਰ ਰਹੇ ਹਨ। ਸੰਸਕ੍ਰਿਤ ਹੋਵੇ, ਸੰਸਕ੍ਰਿਤ ਭਾਸ਼ਾ ਵਿੱਚ ਵੈਦਿਕ ਗਣਿਤ ਵਿਗਿਆਨ ਹੋਵੇ, ਇਹਨਾਂ ਮੱਠਾਂ ਨੇ, ਆਪਣੇ ਸ਼ੰਕਰਾਚਾਰਿਆਂ ਦੀ ਇਸ ਪਰੰਪਰਾ ਨੇ ਇਹਨਾਂ ਸਭ ਨੂੰ ਸੰਭਾਲ ਕੇ ਪੀੜ੍ਹੀ ਦਰ ਪੀੜ੍ਹੀ ਰਸਤਾ ਵਿਖਾਉਣ ਦਾ ਕੰਮ ਕੀਤਾ ਹੈ। ਮੈਂ ਸਮਝਦਾ ਹਾਂ ਅੱਜ ਦੇ ਇਸ ਦੌਰ ਵਿੱਚ ਆਦਿ ਸ਼ੰਕਰਾਚਾਰਿਆ ਜੀ ਦਾ ਸਿਧਾਂਤ ਹੋਰ ਜ਼ਿਆਦਾ ਪ੍ਰਾਸੰਗਿਕ ਹੋ ਗਿਆ ਹੈ। ਸਾਥੀਓ, ਆਪਣੇ ਇੱਥੇ ਸਦੀਆਂ ਤੋਂ ਚਾਰ ਧਾਮ ਯਾਤਰਾ ਦਾ ਮਹੱਤਵ ਰਿਹਾ ਹੈ। 12 ਜੋਤਿਰਲਿੰਗ ਦੇ ਦਰਸ਼ਨ ਦੀ, ਸ਼ਕਤੀ ਪੀਠਾਂ ਦੇ ਦਰਸ਼ਨ ਦੀ, ਅਸ਼ਟ ਵਿਨਾਇਕ ਜੀ ਦੇ ਦਰਸ਼ਨ ਦੀ, ਇਹ ਸਾਰੀ ਯਾਤਰਾ ਦੀ ਪਰੰਪਰਾ, ਇਹ ਤੀਰਥ ਯਾਤਰਾ ਆਪਣੇ ਇੱਥੇ ਜੀਵਨ ਕਾਲ ਦਾ ਹਿੱਸਾ ਮੰਨਿਆ ਗਿਆ ਹੈ। ਇਹ ਤੀਰਥ ਯਾਤਰਾ ਸਾਡੇ ਲਈ ਸਿਰਫ ਸੈਰ ਸਪਾਟਾ, ਘੁੰਮਣ ਫਿਰ ਨਹੀਂ ਹੈ। ਇਹ ਭਾਰਤ ਨੂੰ ਜੋੜਨ ਵਾਲੀ, ਭਾਰਤ ਦੇ ਦਰਸ਼ਨ ਕਰਵਾਉਣ ਵਾਲੀ ਇੱਕ ਜੀਵੰਤ ਪਰੰਪਰਾ ਹੈ। ਆਪਣੇ ਇੱਥੇ ਹਰ ਕਿਸੇ ਲਈ, ਕੋਈ ਵੀ ਵਿਅਕਤੀ ਹੋਵੇ, ਉਸ ਦੀ ਇੱਛਾ ਹੁੰਦੀ ਹੈ ਕਿ ਜੀਵਨ ਵਿੱਚ ਘੱਟੋ ਘੱਟ ਇੱਕ ਵਾਰ ਚਾਰ ਧਾਮ ਜ਼ਰੂਰ ਜਾਵੇ, ਦੁਆਦਸ਼ ਜੋਤਿਰਲਿੰਗ ਦਾ ਦਰਸ਼ਨ ਜ਼ਰੂਰ ਕਰ ਲਏ, ਮਾਂ ਗੰਗਾ ਵਿੱਚ ਇੱਕ ਵਾਰ ਡੁਬਕੀ ਜ਼ਰੂਰ ਲਾ ਲਵੇ। ਪਹਿਲਾਂ ਅਸੀਂ ਘਰ ਵਿੱਚ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਖਾਉਂਦੇ ਸੀ, ਪਰੰਪਰਾ ਸੀ, ਬੱਚਿਆਂ ਨੂੰ ਘਰ ਵਿੱਚ ਸਿਖਾਇਆ ਜਾਂਦਾ ਸੀ, सौराष्ट्रे सोमनाथ च श्रीशैले मल्लिकार्जुनम। ਬਚਪਨ ਵਿੱਚ ਹੀ ਸਿਖਾਇਆ ਜਾਂਦਾ ਸੀ। ਦੁਆਦਸ਼ ਜੋਤਿਰਲਿੰਗ ਦਾ ਇਹ ਮੰਤਰ ਘਰ ਬੈਠੇ ਬੈਠੇ ਇੱਕ ਬਹੁਤ ਵੱਡੇ ਭਾਰਤ ਦਾ, ਵਿਸ਼ਾਲ ਭਾਰਤ ਦਾ ਹਰ ਦਿਨ ਯਾਤਰਾ ਕਰਵਾ ਦਿੰਦਾ ਸੀ। ਬਚਪਨ ਤੋਂ ਹੀ ਦੇਸ਼ ਦੇ ਇਹਨਾਂ ਵੱਖੋ ਵੱਖਰੇ ਹਿੱਸਿਆਂ ਨਾਲ ਜੁੜਾਓ ਇੱਕ ਸਹਿਜ ਸੰਸਕਾਰ ਬਣ ਜਾਂਦਾ ਸੀ। ਇਹ ਆਸਥਾ, ਇਹ ਵਿਚਾਰ ਪੂਰਬ ਤੋਂ ਪੱਛਮ ਤੱਕ, ਉੱਤਰ ਤੋਂ ਦੱਖਣ ਤੱਕ ਭਾਰਤ ਨੂੰ ਇੱਕ ਜੀਵਤ ਇਕਾਈ ਵਿੱਚ ਬਦਲ ਦਿੰਦਾ ਹੈ। ਕੌਮੀ ਏਕਤਾ ਦੀ ਤਾਕਤ ਨੂੰ ਵਧਾਉਣ ਵਾਲਾ ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਸ਼ਾਨਦਾਰ ਦਰਸ਼ਨ ਸਹਿਜ ਜੀਵਨ ਵਿਵਸਥਾ ਦਾ ਹਿੱਸਾ ਸੀ। ਬਾਬਾ ਕੇਦਾਰਨਾਥ ਦੇ ਦਰਸ਼ਨ ਕਰਕੇ ਹਰ ਸ਼ਰਧਾਲੂ ਇੱਕ ਨਵੀਂ ਊਰਜਾ ਲੈ ਕੇ ਜਾਂਦਾ ਹੈ।
ਸਾਥੀਓ, ਆਦਿ ਸ਼ੰਕਰਾਚਾਰਿਆ ਜੀ ਦੀ ਵਿਰਾਸਤ ਨੂੰ, ਇਸ ਚਿੰਤਨ ਨੂੰ ਅੱਜ ਦੇਸ਼ ਆਪਣੇ ਲਈ ਇੱਕ ਪ੍ਰੇਰਣਾ ਦੇ ਰੂਪ ਵਿੱਚ ਦੇਖਦਾ ਹੈ। ਹੁਣ ਆਪਣੇ ਸੱਭਿਆਚਾਰ ਦੇ, ਆਪਣੀ ਇਸ ਵਿਰਾਸਤ ਨੂੰ, ਸ਼ਰਧਾ ਦੇ ਕੇਂਦਰਾਂ ਨੂੰ ਉਸੇ ਮਾਣ ਦੀ ਭਾਵਨਾ ਨਾਲ ਵੇਖਿਆ ਜਾ ਰਿਹਾ ਹੈ ਜਿਸ ਤਰ੍ਹਾਂ ਨਾਲ ਦੇਖਿਆ ਜਾਣਾ ਚਾਹੀਦਾ ਸੀ। ਅੱਜ ਅਯੋਧਿਆ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਸ਼ਾਨਦਾਰ ਮੰਦਿਰ ਪੂਰੇ ਮਾਣ ਨਾਲ ਬਣ ਰਿਹਾ ਹੈ। ਅਯੋਧਿਆ ਨੂੰ ਉਸ ਦਾ ਮਾਣ ਸਦੀਆਂ ਤੋਂ ਬਾਅਦ ਵਾਪਸ ਮਿਲ ਰਿਹਾ ਹੈ। ਹੁਣੇ 2 ਦਿਨ ਪਹਿਲਾਂ ਅਯੋਧਿਆ ਵਿੱਚ ਦੀਪ ਉਤਸਵ ਦਾ ਸ਼ਾਨਦਾਰ ਆਯੋਜਨ ਅਤੇ ਪੂਰੀ ਦੁਨੀਆ ਨੇ ਉਸ ਨੂੰ ਦੇਖਿਆ ਹੈ। ਭਾਰਤ ਦਾ ਪ੍ਰਾਚੀਨ ਸੱਭਿਆਚਾਰ ਸਰੂਪ ਕਿਸ ਤਰ੍ਹਾਂ ਦਾ ਰਿਹਾ ਹੋਵੇਗਾ, ਅੱਜ ਆਪਾਂ ਇਸ ਦੀ ਕਲਪਨਾ ਕਰ ਸਕਦੇ ਹਾਂ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਹੀ ਕਾਸ਼ੀ ਦਾ ਵੀ ਕਾਇਆਕਲਪ ਹੋ ਰਿਹਾ ਹੈ। ਵਿਸ਼ਵਨਾਥ ਧਾਮ ਦਾ ਕਾਰਜ ਬਹੁਤ ਤੇਜ਼ ਰਫ਼ਤਾਰ ਨਾਲ ਹੁਣ ਤਾਂ ਸੰਪੂਰਨਤਾ ਦੇ ਵੱਲ ਅੱਗੇ ਵਧ ਰਿਹਾ ਹੈ। ਬਨਾਰਸ ਵਿੱਚ ਸਾਰਨਾਥ, ਨੇੜੇ ਹੀ ਕੁਸ਼ੀਨਗਰ, ਬੌਧ ਗਇਆ, ਇਹਨਾਂ ਸਭ ਜਗ੍ਹਾ ਤੇ ਇੱਕ ਬੁੱਧ ਸਰਕਟ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ, ਸੰਸਾਰ ਦੇ ਬੁੱਧ ਦੇ ਭਗਤਾਂ ਨੂੰ ਆਕਰਸ਼ਿਤ ਕਰਨ ਦੇ ਲਈ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਭਗਵਾਨ ਰਾਮ ਨਾਲ ਜੁੜੇ ਜਿੰਨੇ ਵੀ ਤੀਰਥ ਅਸਥਾਨ ਹਨ, ਉਹਨਾਂ ਨੂੰ ਵੀ ਜੋੜ ਕੇ ਇੱਕ ਪੂਰਾ ਸਰਕਟ ਬਣਾਉਣ ਦਾ ਕੰਮ ਵੀ ਅੱਜ ਚੱਲ ਰਿਹਾ ਹੈ। ਮਥੁਰਾ ਵਰਿੰਦਾਵਨ ਵਿੱਚ ਵੀ ਵਿਕਾਸ ਦੇ ਨਾਲ ਨਾਲ ਇੱਥੋਂ ਦੀ ਸੁੱਚਤਾ, ਪਵਿੱਤਰਤਾ ਨੂੰ ਲੈ ਕੇ ਸੰਤਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਨਾਲ ਹੀ ਆਧੁਨਿਕਤਾ ਵੱਲ ਵੀ ਮੋੜਿਆ ਜਾ ਰਿਹਾ ਹੈ। ਇੰਨਾ ਸਭ ਅੱਜ ਇਸ ਲਈ ਹੋ ਰਿਹਾ ਹੈ ਕਿਉਂਕਿ ਅੱਜ ਦਾ ਭਾਰਤ ਆਦਿ ਸ਼ੰਕਰਾਚਾਰਿਆ ਵਰਗੇ ਸਾਡੇ ਮਹਾਂ ਰਿਸ਼ੀਆਂ ਦੇ ਨਿਰਦੇਸ਼ਾਂ ਵਿੱਚ ਸਰਧਾ ਰੱਖਦੇ ਹੋਏ, ਉਸ ਉੱਤੇ ਮਾਣ ਕਰਦੇ ਹੋਏ ਅੱਗੇ ਵਧ ਰਿਹਾ ਹੈ। ਸਾਥੀਓ, ਇਸ ਵੇਲੇ ਆਪਣਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਵੀ ਮਨਾ ਰਿਹਾ ਹੈ। ਦੇਸ਼ ਆਪਣੇ ਭਵਿੱਖ ਦੇ ਲਈ, ਆਪਣੇ ਪੁਨਰ ਨਿਰਮਾਣ ਦੇ ਲਈ ਨਵੇਂ ਸੰਕਲਪ ਲੈ ਰਿਹਾ ਹੈ। ਅੰਮ੍ਰਿਤ ਮਹੋਤਸਵ ਦੇ ਇਹਨਾਂ ਸੰਕਲਪਾਂ ਵਿੱਚੋਂ ਆਦਿ ਸ਼ੰਕਰਾਚਾਰਿਆ ਜੀ ਨੂੰ ਆਪਾਂ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਪ੍ਰੇਰਣਾ ਦੇ ਰੂਪ ਵਿੱਚ ਵੇਖ ਸਕਦੇ ਹਾਂ। ਹੁਣ ਦੇਸ਼ ਆਪਣੇ ਲਈ ਵੱਡੇ ਟੀਚੇ ਤਿਆਰ ਕਰਦਾ ਹੈ। ਔਖਾ ਸਮਾਂ ਅਤੇ ਸਿਰਫ ਸਮਾਂ ਹੀ ਨਹੀਂ, ਸਮੇਂ ਦੀ ਸੀਮਾ ਵੀ ਅਸੀਂ ਨਿਰਧਾਰਿਤ ਕਰਦੇ ਹਾਂ। ਤਾਂ ਕੁਝ ਲੋਕ ਕਹਿੰਦੇ ਨੇ ਕਿ ਕਿੰਨੇ ਘੱਟ ਸਮੇਂ ਵਿੱਚ ਇਹ ਸਭ ਕਿਵੇਂ ਹੋਏਗਾ। ਕਦੇ-ਕਦੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਹੋਵੇਗਾ ਵੀ ਕਿ ਨਹੀਂ ਹੋਵੇਗਾ। ਅਤੇ ਤਦ ਮੇਰੇ ਅੰਦਰੋਂ ਇੱਕ ਹੀ ਆਵਾਜ਼ ਆਉਂਦੀ ਹੈ, 130 ਕਰੋੜ ਦੇਸ਼ ਵਾਸੀਆਂ ਦੀ ਆਵਾਜ਼ ਮੈਨੂੰ ਸੁਣਾਈ ਦਿੰਦੀ ਹੈ ਅਤੇ ਮੇਰੇ ਮੂੰਹ ਵਿੱਚੋਂ ਇਹੋ ਨਿਕਲਦਾ ਹੈ, ਇੱਕ ਹੀ ਗੱਲ ਨਿਕਲਦੀ ਹੈ, ਸਮੇਂ ਦੇ ਦਾਇਰੇ ਵਿੱਚ ਬੱਝ ਕੇ ਡਰ ਜਾਣਾ ਹੁਣ ਭਾਰਤ ਨੂੰ ਮਨਜ਼ੂਰ ਨਹੀਂ ਹੈ। ਤੁਸੀਂ ਵੇਖੋ, ਆਦਿ ਸ਼ੰਕਰਾਚਾਰਿਆ ਜੀ ਨੂੰ ਛੋਟੀ ਜਿਹੀ ਉਮਰ ਵਿੱਚ ਘਰ-ਬਾਰ ਪਰਿਵਾਰ ਛੱਡ ਦਿੱਤਾ, ਸੰਨਿਆਸੀ ਬਣ ਗਏ।
ਕਿੱਥੇ ਕੇਰਲ ਦਾ ਕਾਲੜੀ ਅਤੇ ਕਿੱਥੇ ਕੇਦਾਰ, ਕਿੱਥੋਂ ਕਿੱਥੇ ਪਹੁੰਚ ਗਏ। ਸੰਨਿਆਸੀ ਬਣੇ। ਬਹੁਤ ਹੀ ਘੱਟ ਉਮਰ ਵਿੱਚ ਇਸ ਪਵਿੱਤਰ ਭੂਮੀ ਵਿੱਚ ਉਹਨਾਂ ਦਾ ਸਰੀਰ ਇਸ ਧਰਤੀ ਵਿੱਚ ਵਿਲੀਨ ਹੋ ਗਿਆ। ਆਪਣੇ ਇੰਨੇ ਘੱਟ ਸਮੇਂ ਵਿੱਚ ਉਹਨਾਂ ਨੇ ਭਾਰਤ ਦੇ ਭੂਗੋਲ ਨੂੰ ਚੇਤੰਨ ਕਰ ਦਿੱਤਾ, ਭਾਰਤ ਦੇ ਲਈ ਨਵਾਂ ਭਵਿੱਖ ਕੱਢ ਦਿੱਤਾ। ਉਹਨਾਂ ਨੇ ਜੋ ਊਰਜਾ ਜਗਾਈ ਉਹ ਅੱਜ ਵੀ ਭਾਰਤ ਨੂੰ ਗਤੀਮਾਨ ਬਣਾਏ ਹੋਏ ਹੈ। ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਇਹ ਗਤੀਮਾਨ ਬਣਾਈ ਰੱਖੇਗੀ। ਇਸੇ ਤਰ੍ਹਾਂ ਸਵਾਮੀ ਵਿਵੇਕਾਨੰਦ ਜੀ ਨੂੰ ਵੇਖੋ, ਸੁਤੰਤਰਤਾ ਸੰਗਰਾਮ ਵਿੱਚ ਅਨੇਕ ਸੈਨਾਨੀਆਂ ਨੂੰ ਵੇਖੋ। ਅਜਿਹੀਆਂ ਕਿੰਨੀਆਂ ਹੀ ਮਹਾਨ ਆਤਮਾਵਾਂ, ਮਹਾਨ ਸ਼ਖਸੀਅਤਾਂ ਇਸ ਧਰਤੀ ਤੇ ਆ ਕੇ ਇੱਥੇ ਪ੍ਰਗਟ ਹੋਈਆਂ, ਜਿਨ੍ਹਾਂ ਨੇ ਸਮੇਂ ਦੀਆਂ ਸੀਮਾਵਾਂ ਦਾ ਉਲੰਘਣ ਕਰਕੇ ਛੋਟੇ ਜਿਹੇ ਕਾਲਖੰਡ ਵਿੱਚ ਕਈ ਯੁੱਗਾਂ ਨੂੰ ਕੱਢ ਦਿੱਤਾ। ਇਹ ਭਾਰਤ ਇਹਨਾਂ ਮਹਾਨ ਸ਼ਖਸੀਅਤਾਂ ਦੀਆਂ ਪ੍ਰੇਰਣਾਵਾਂ ਤੇ ਚੱਲਦਾ ਹੈ। ਅਸੀਂ ਸ਼ਾਸਵਤ ਨੂੰ ਇੱਕ ਤਰ੍ਹਾਂ ਨਾਲ ਸਵੀਕਾਰ ਕਰਦੇ ਹੋਏ ਅਸੀਂ ਕਿਰਿਆਸ਼ੀਲਤਾ ਤੇ ਭਰੋਸਾ ਕਰਨ ਵਾਲੇ ਲੋਕ ਹਾਂ। ਇਸੇ ਆਤਮ ਵਿਸ਼ਵਾਸ ਨੂੰ ਲੈ ਕੇ ਦੇਸ਼ ਅੱਜ ਇਸ ਅੰਮ੍ਰਿਤ ਕਾਲ ਵਿੱਚ ਅੱਗੇ ਵਧ ਰਿਹਾ ਹੈ ਅਤੇ ਅਜਿਹੇ ਸਮੇਂ ਵਿੱਚ ਮੈਂ ਦੇਸ਼ ਵਾਸੀਆਂ ਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ। ਸੁਤੰਤਰਤਾ ਸੰਗਰਾਮ ਨਾਲ ਜੁੜੇ ਇਤਿਹਾਸਕ ਅਸਥਾਨਾਂ ਨੂੰ ਦੇਖਣ ਦੇ ਨਾਲ ਅਜਿਹੇ ਪਵਿੱਤਰ ਅਸਥਾਨਾਂ ਨੂੰ ਵੀ ਵੱਧ ਤੋਂ ਵੱਧ ਜਾਓ, ਨਵੀਂ ਪੀੜ੍ਹੀ ਨੂੰ ਲੈ ਕੇ ਜਾਓ, ਜਾਣੂ ਕਰਵਾਓ, ਮਾਂ ਭਾਰਤੀ ਦੇ ਦਰਸ਼ਨ ਕਰੋ, ਹਜ਼ਾਰਾਂ ਸਾਲਾਂ ਦੀ ਮਹਾਨ ਪਰੰਪਰਾ ਦੀ ਚੇਤਨਾ ਨੂੰ ਮਹਿਸੂਸ ਕਰੋ। ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਸੁਤੰਤਰਤਾ, ਆਜ਼ਾਦੀ ਦਾ ਇਹ ਵੀ ਇੱਕ ਮਹੋਤਸਵ ਹੋ ਸਕਦਾ ਹੈ। ਹਰ ਹਿੰਦੁਸਤਾਨੀ ਦੇ ਦਿਲ ਵਿੱਚ, ਹਿੰਦੁਸਤਾਨ ਦੇ ਹਰ ਕੋਨੇ ਵਿੱਚ, ਹਰ ਕੰਕੜ ਵਿੱਚ ਸ਼ੰਕਰ ਦਾ ਭਾਵ ਦਿਖ ਸਕਦਾ ਹੈ ਅਤੇ ਇਸੇ ਲਈ ਨਿਕਲ ਪੈਣ ਦਾ ਇਹੀ ਸਮਾਂ ਹੈ। ਜਿਨ੍ਹਾਂ ਨੇ ਗੁਲਾਮੀ ਦੇ ਸੈਂਕੜੇ ਵਰ੍ਹਿਆਂ ਦੇ ਕਾਲਖੰਡ ਵਿੱਚ ਸਾਡੀ ਸ਼ਰਧਾ ਨੂੰ ਬੰਨ੍ਹ ਕੇ ਰੱਖਿਆ, ਸਾਡੀ ਸ਼ਰਧਾ ਨੂੰ ਕਦੇ ਝਰੀਟ ਤੱਕ ਨਹੀਂ ਲੱਗਣ ਦਿੱਤੀ। ਗੁਲਾਮੀ ਦੇ ਕਾਲਖੰਡ ਵਿੱਚ ਇਹ ਛੋਟੀ ਸੇਵਾ ਨਹੀਂ ਸੀ ਕਿ ਆਜ਼ਾਦੀ ਦੇ ਕਾਲਖੰਡ ਵਿੱਚ ਉਸ ਮਹਾਨ ਸੇਵਾ ਨੂੰ, ਉਸ ਨੂੰ ਪੂਜਣਾ, ਉਸ ਨੂੰ ਯਾਦ ਕਰਨਾ, ਉੱਥੇ ਤਪ ਕਰਨਾ, ਸਾਧਨਾ ਕਰਨਾ ਕਿ ਹਰ ਹਿੰਦੁਸਤਾਨੀ ਨਾਗਰਿਕ ਦਾ ਫਰਜ਼ ਨਹੀਂ ਹੈ। ਅਤੇ ਇਸੇ ਲਈ ਮੈਂ ਕਹਿੰਦਾ ਹਾਂ, ਇੱਕ ਨਾਗਰਿਕ ਦੇ ਤੌਰ ਤੇ ਸਾਨੂੰ ਇਹਨਾਂ ਪਵਿੱਤਰ ਅਸਥਾਨਾਂ ਨੂੰ ਵੀ ਦਰਸ਼ਨ ਕਰਨ ਲਈ ਜਾਣਾ ਚਾਹੀਦਾ ਹੈ। ਉਹਨਾਂ ਅਸਥਾਨਾਂ ਦੀ ਮਹਿਮਾ ਨੂੰ ਜਾਣਨਾ ਚਾਹੀਦਾ ਹੈ। ਸਾਥੀਓ, ਦੇਵ ਭੂਮੀ ਦੇ ਪ੍ਰਤੀ ਅਸੀਮ ਸ਼ਰਧਾ ਰੱਖਦੇ ਹੋਏ, ਇੱਥੋਂ ਦੀਆਂ ਅਸੀਮ ਸੰਭਾਵਨਾਵਾਂ ਤੇ ਭਰੋਸਾ ਕਰਦੇ ਹੋਏ ਅੱਜ ਉੱਤਰਾਖੰਡ ਦੀ ਸਰਕਾਰ ਇੱਥੇ ਵਿਕਾਸ ਦੇ ਮਹਾਯੱਗ ਨਾਲ ਜੁੜੀ ਹੈ, ਪੂਰੀ ਤਾਕਤ ਨਾਲ ਜੁੜੀ ਹੈ। 4 ਧਾਮ ਸੜਕ ਪਰਿਯੋਜਨਾ ਉੱਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। 4 ਧਾਮ ਹਾਈਵੇ ਨਾਲ ਜੁੜ ਰਹੇ ਨੇ। ਭਵਿੱਖ ਵਿੱਚ ਇੱਥੇ ਕੇਦਾਰਨਾਥ ਜੀ ਤੱਕ ਸ਼ਰਧਾਲੂ ਸਿਰਫ ਕਾਰ ਦੇ ਰਾਹੀਂ ਆ ਸਕਣ, ਇਸ ਨਾਲ ਜੁੜੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਇੱਥੇ ਨੇੜੇ ਹੀ ਪਵਿੱਤਰ ਹੇਮਕੁੰਟ ਸਾਹਿਬ ਵੀ ਹੈ। ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਸੁਖਾਲੇ ਹੋਣ, ਇਸ ਲਈ ਉੱਥੇ ਵੀ ਰੋਪਵੇ ਬਣਾਉਣ ਦੀ ਦਿਸ਼ਾ ਵਿੱਚ ਤਿਆਰੀਆਂ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਰਿਸ਼ੀਕੇਸ਼,
ਅਤੇ ਕਰਨ ਪ੍ਰਯਾਗ ਨੂੰ ਰੇਲ ਨਾਲ ਜੋੜਨ ਦਾ ਵੀ ਯਤਨ ਹੋ ਰਿਹਾ ਹੈ। ਹੁਣੇ ਮੁੱਖ ਮੰਤਰੀ ਜੀ ਕਹਿ ਰਹੇ ਸੀ ਪਹਾੜ ਦੇ ਲੋਕਾਂ ਲਈ ਤਾਂ ਰੇਲ ਦੇਖਣਾ ਵੀ ਮੁਸ਼ਕਲ ਹੁੰਦਾ ਹੈ। ਹੁਣ ਰੇਲ ਪਹੁੰਚ ਰਹੀ ਹੈ। ਦਿੱਲੀ ਦੇਹਰਾਦੂਨ ਹਾਈਵੇ ਇਹ ਬਣਨ ਤੋਂ ਬਾਅਦ ਦੇਹਰਾਦੂਨ ਤੋਂ ਦਿੱਲੀ ਆਉਣ ਵਾਲਿਆਂ ਲਈ ਸਮਾਂ ਹੋਰ ਘੱਟ ਹੋ ਜਾਣ ਵਾਲਾ ਹੈ। ਇਹਨਾਂ ਸਭ ਕੰਮਾਂ ਨਾਲ ਉੱਤਰਾਖੰਡ ਦੇ ਸੈਰ ਸਪਾਟੇ ਨੂੰ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ। ਅਤੇ ਮੇਰੇ ਸ਼ਬਦ ਉੱਤਰਾਖੰਡ ਦੇ ਲੋਕ ਲਿਖ ਕੇ ਰੱਖ ਲੈਣ, ਜਿਸ ਤੇਜ਼ ਗਤੀ ਨਾਲ ਇਨਫਰਾਸਟ੍ਰਕਚਰ ਬਣ ਰਿਹਾ ਹੈ, ਪਿਛਲੇ 100 ਸਾਲ ਵਿੱਚ ਜਿੰਨੇ ਯਾਤਰੀ ਇੱਥੇ ਆਏ ਨੇ, ਆਉਣ ਵਾਲੇ 10 ਸਾਲ ਵਿੱਚ ਉਸ ਤੋਂ ਵੱਧ ਆਉਣ ਵਾਲੇ ਆ। ਤੁਸੀਂ ਕਲਪਨਾ ਕਰ ਸਕਦੇ ਹੋ ਇੱਥੋਂ ਦੀ ਅਰਥ ਵਿਵਸਥਾ ਨੂੰ ਕਿੰਨੀ ਵੱਡੀ ਤਾਕਤ ਮਿਲਣ ਵਾਲੀ ਹੈ। 21ਵੀਂ ਸਦੀ ਦਾ ਇਹ ਤੀਜਾ ਦਹਾਕਾ, ਇਹ ਉੱਤਰਾਖੰਡ ਦਾ ਦਹਾਕਾ ਹੈ। ਮੇਰੇ ਸ਼ਬਦ ਲਿਖ ਕੇ ਰੱਖਣਾ। ਮੈਂ ਪਵਿੱਤਰ ਧਰਤੀ ਤੋਂ ਬੋਲ ਰਿਹਾ ਹਾਂ। ਹਾਲ ਹੀ ਦੇ ਦਿਨਾਂ ਵਿੱਚ ਆਪਾਂ ਸਭ ਨੇ ਦੇਖਿਆ ਕਿ ਕਿਸ ਤਰ੍ਹਾਂ ਚਾਰ ਧਾਮ ਯਾਤਰਾ ਆਉਣ ਵਾਲੇ ਸ਼ਰਧਾਲੂਆਂ ਦੀ ਸੰਖਿਆ ਲਗਾਤਾਰ ਰਿਕਾਰਡ ਤੋੜ ਰਹੀ ਹੈ। ਅਤੇ ਜੇਕਰ ਇਹ ਕੋਵਿਡ ਨਾ ਹੁੰਦਾ ਤਾਂ ਨਾ ਜਾਣੇ ਇਹ ਸੰਖਿਆ ਕਿੱਥੋਂ ਤੱਕ ਪਹੁੰਚ ਜਾਂਦੀ। ਉੱਤਰਾਖੰਡ ਵਿੱਚ ਮੈਨੂੰ ਇਹ ਵੀ ਬਹੁਤ ਖੁਸ਼ੀ ਹੋ ਰਹੀ ਹੈ, ਖਾਸ ਕਰ ਇਹ ਮੇਰੀਆਂ ਮਾਤਾਵਾਂ ਭੈਣਾਂ, ਅਤੇ ਪਹਾੜ ਵਿੱਚ ਤਾਂ ਮਾਤਾਵਾਂ ਭੈਣਾਂ ਦੀ ਤਾਕਤ ਇੱਕ ਵੱਖਰੀ ਹੀ ਸਮਰੱਥਾ ਹੁੰਦੀ ਹੈ। ਜਿਸ ਤਰ੍ਹਾਂ ਨਾਲ ਉੱਤਰਾਖੰਡ ਦੇ ਛੋਟੇ ਥਾਵਾਂ 'ਤੇ ਕੁਦਰਤੀ ਦੀ ਗੋਦ ਵਿੱਚ ਹੋਮ ਸਟੇ ਦਾ ਨੈਟਵਰਕ ਬਣ ਰਿਹਾ ਹੈ। ਸੈਂਕੜੇ ਹੋਮ ਸਟੇ ਬਣ ਰਹੇ ਨੇ। ਮਾਤਾਵਾਂ ਭੈਣਾਂ ਅਤੇ ਲੋਕ ਵੀ ਜੋ ਯਾਤਰੀ ਆਉਂਦੇ ਨੇ ਉਹ ਵੀ ਹੋਮ ਸਟੇ ਨੂੰ ਪਸੰਦ ਕਰਨ ਲੱਗੇ ਨੇ। ਰੋਜ਼ਗਾਰ ਵੀ ਮਿਲਣ ਵਾਲਾ ਹੈ, ਸਵੈ ਮਾਣ ਨਾਲ ਜਿਉਣ ਦਾ ਮੌਕਾ ਵੀ ਮਿਲਣ ਵਾਲਾ ਹੈ। ਇੱਥੋਂ ਦੀ ਸਰਕਾਰ ਵੀ ਜਿਸ ਤਰ੍ਹਾਂ ਵਿਕਾਸ ਦੇ ਕੰਮਾਂ ਵਿੱਚ ਜੁਟੀ ਹੈ, ਇਸ ਦਾ ਹੋਰ ਇੱਕ ਲਾਭ ਹੋਇਆ ਹੈ। ਇੱਥੇ ਅਸੀਂ ਹਮੇਸ਼ਾ ਸੁਣਦੇ ਸੀ ਕਿ ਪਹਾੜ ਦਾ ਪਾਣੀ ਤੇ ਪਹਾੜ ਦੀ ਜਵਾਨੀ ਕਦੇ ਪਹਾੜ ਦੇ ਕੰਮ ਆਉਂਦੀ ਹੀ ਨਹੀਂ। ਮੈਂ ਇਸ ਗੱਲ ਨੂੰ ਬਦਲਿਆ ਹੈ। ਹੁਣ ਪਾਣੀ ਵੀ ਪਹਾੜ ਦੇ ਕੰਮ ਆਏਗਾ, ਜਵਾਨੀ ਵੀ ਪਹਾੜ ਦੇ ਕੰਮ ਆਏਗੀ। ਪਲਾਇਨ ਰੋਕਣਾ ਹੈ। ਇੱਕ ਤੋਂ ਬਾਅਦ ਇੱਕ ਜੋ ਫੈਸਲੇ ਹੋ ਰਹੇ ਨੇ, ਪਲਾਇਨ ਰੋਕਣਾ ਹੈ। ਇਹ ਮੰਨ ਕੇ ਚੱਲੋ ਮੇਰੇ ਸਾਥੀਓ, ਮੇਰੇ ਨੌਜਵਾਨ ਦੋਸਤੋ, ਇਹ ਦਹਾਕਾ ਤੁਹਾਡਾ ਹੈ, ਉੱਤਰਾਖੰਡ ਦਾ ਹੈ, ਰੌਸ਼ਨ ਭਵਿੱਖ ਦਾ ਹੈ। ਬਾਬਾ ਕੇਦਾਰ ਦਾ ਆਸ਼ੀਰਵਾਦ ਆਪਣੇ ਨਾਲ ਹੈ। ਇਹ ਦੇਵ ਭੂਮੀ, ਮਾਤਰ ਭੂਮੀ ਦੀ ਰਾਖੀ ਕਰਨ ਵਾਲੇ ਅਨੇਕਾਂ ਬਹਾਦਰ ਧੀਆਂ ਪੁੱਤਰਾਂ ਦੀ ਇਹ ਜਨਮ ਸਥਲੀ ਵੀ ਹੈ। ਇੱਥੋਂ ਦਾ ਕੋਈ ਘਰ, ਕੋਈ ਪਿੰਡ ਅਜਿਹਾ ਨਹੀਂ ਹੈ ਜਿੱਥੇ ਬਹਾਦਰੀ ਦੀ ਕਿਸੇ ਗਾਥਾ ਦਾ ਕੋਈ ਜ਼ਿਕਰ ਨਾ ਹੋਵੇ। ਅੱਜ ਦੇਸ਼ ਜਿਸ ਤਰ੍ਹਾਂ ਆਪਣੀਆਂ ਸੈਨਾਵਾਂ ਦਾ ਆਧੁਨਿਕੀਕਰਨ ਕਰ ਰਿਹਾ ਹੈ, ਉਹਨਾਂ ਨੂੰ ਆਤਮ ਨਿਰਭਰ ਬਣਾ ਰਿਹਾ ਹੈ, ਉਸ ਨਾਲ ਆਪਣੇ ਬਹਾਦਰ ਸੈਨਿਕਾਂ ਦੀ ਤਾਕਤ ਹੋਰ ਵੱਧ ਰਹੀ ਹੈ। ਅੱਜ ਉਹਨਾਂ ਦੀ ਜ਼ਰੂਰਤ ਨੂੰ, ਉਹਨਾਂ ਦੀਆਂ ਉਮੀਦਾਂ ਨੂੰ, ਉਹਨਾਂ ਦੇ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਬਹੁਤ ਪਹਿਲ ਦੇ ਕੇ ਕੰਮ ਕੀਤਾ ਜਾ ਰਿਹਾ ਹੈ। ਇਹ ਸਾਡੀ ਹੀ ਸਰਕਾਰ ਹੈ ਜਿਸ ਨੇ 1 ਰੈਂਕ 1 ਪੈਨਸ਼ਨ ਦੀ 4 ਦਹਾਕੇ ਪੁਰਾਣੀ ਮੰਗ ਨੂੰ, ਪਿਛਲੀ ਸਦੀ ਦੀ ਮੰਗ ਨੂੰ ਇਸ ਸਦੀ ਵਿੱਚ ਮੈਂ ਪੂਰੀ ਕੀਤੀ ਹੈ। ਮੈਨੂੰ ਸੰਤੁਸ਼ਟੀ ਹੈ। ਮੇਰੇ ਦੇਸ਼ ਦੀ ਸੈਨਾ ਦੇ ਜਵਾਨਾਂ ਦੇ ਲਈ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਦਾ ਲਾਭ ਤਾਂ ਉੱਤਰਾਖੰਡ ਦੇ ਲਗਭਗ ਹਜ਼ਾਰਾਂ ਪਰਿਵਾਰਾਂ ਨੂੰ ਮਿਲਿਆ ਹੈ, ਸੇਵਾ ਮੁਕਤ ਸੈਨਿਕ ਪਰਿਵਾਰਾਂ ਨੂੰ ਮਿਲਿਆ ਹੈ। ਸਾਥੀਓ, ਉੱਤਰਾਖੰਡ ਨੇ ਕੋਰੋਨਾ ਦੇ ਖਿਲਾਫ ਲੜਾਈ ਵਿੱਚ ਜਿਸ ਤਰ੍ਹਾਂ ਦਾ ਅਨੁਸ਼ਾਸਨ ਦਿਖਾਇਆ ਹੈ, ਉਹ ਵੀ ਬਹੁਤ ਸ਼ਲਾਘਾਯੋਗ ਹੈ। ਭੂਗੋਲਿਕ ਮੁਸ਼ਕਲਾਂ ਨੂੰ ਪਾਰ ਕਰਕੇ
ਅੱਜ ਉੱਤਰਾਖੰਡ ਦੇ ਲੋਕਾਂ ਨੂੰ 100% ਸਿੰਗਲ ਡੋਜ਼ ਦਾ ਟੀਚਾ ਹਾਸਲ ਕਰ ਲਿਆ ਹੈ। ਇਹ ਉੱਤਰਾਖੰਡ ਦੀ ਤਾਕਤ ਦਾ ਦਰਸ਼ਨ ਕਰਾਉਂਦਾ ਹੈ, ਉੱਤਰਾਖੰਡ ਦੀ ਸਮਰੱਥਾ ਨੂੰ ਵਿਖਾਉਂਦਾ ਹੈ। ਅਤੇ ਜੋ ਲੋਕ ਪਹਾੜਾਂ ਤੋਂ ਜਾਣੂ ਹਨ, ਉਹਨਾਂ ਨੂੰ ਪਤਾ ਹੈ ਇਹ ਕੰਮ ਸੁਖਾਲਾ ਨਹੀਂ ਹੁੰਦਾ। ਘੰਟਿਆਂ ਬੱਧੀ ਪਹਾੜਾਂ ਦੀਆਂ ਚੋਟੀਆਂ ਤੇ ਚੜ੍ਹ ਕੇ 2 ਜਾਂ 5 ਪਰਿਵਾਰਾਂ ਨੂੰ ਵੈਕਸੀਨੇਸ਼ਨ ਦੇ ਕੇ ਰਾਤ ਭਰ ਚੱਲ ਕੇ ਘਰ ਪਹੁੰਚਣਾ ਹੁੰਦਾ ਹੈ। ਕਸ਼ਟ ਕਿੰਨਾ ਹੁੰਦਾ ਹੈ ਮੈਂ ਅੰਦਾਜ਼ਾ ਲਗਾ ਸਕਦਾ ਹਾਂ। ਉਸ ਦੇ ਬਾਅਦ ਵੀ ਉੱਤਰਾਖੰਡ ਨੇ ਇਹ ਕੰਮ ਕੀਤਾ ਹੈ। ਕਿਉਂ? ਉੱਤਰਾਖੰਡ ਦੇ ਇੱਕ ਨਾਗਰਿਕ ਦੀ ਜ਼ਿੰਦਗੀ ਬਚਾਉਣੀ ਹੈ। ਅਤੇ ਇਸ ਦੇ ਲਈ ਮੁੱਖ ਮੰਤਰੀ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਮੈਂ ਵਧਾਈ ਦਿੰਦਾ ਹਾਂ। ਮੈਨੂੰ ਭਰੋਸਾ ਹੈ ਕਿ ਜਿੰਨੀਆਂ ਉਚਾਈਆਂ ਤੇ ਉੱਤਰਾਖੰਡ ਵਸਿਆ ਹੈ, ਉਸ ਤੋਂ ਵੱਧ ਉਚਾਈਆਂ ਨੂੰ ਮੇਰਾ ਉੱਤਰਾਖੰਡ ਹਾਸਲ ਕਰਕੇ ਰਹੇਗਾ। ਬਾਬਾ ਕੇਦਾਰ ਦੀ ਧਰਤੀ ਤੋਂ ਆਪ ਸਭ ਦੇ ਆਸ਼ੀਰਵਾਦ ਨਾਲ, ਦੇਸ਼ ਦੇ ਕੋਨੇ-ਕੋਨੇ ਤੋਂ ਸੰਤਾਂ ਦੇ, ਮਹੰਤਾਂ ਦੇ, ਰਿਸ਼ੀਆਂ ਦੇ, ਮੁਨੀਆਂ ਦੇ, ਆਚਾਰੀਆਂ ਦੇ ਆਸ਼ੀਰਵਾਦ ਦੇ ਨਾਲ ਅੱਜ ਇਸ ਪਵਿੱਤਰ ਧਰਤੀ ਤੋਂ ਅਨੇਕ ਸੰਕਲਪਾਂ ਦੇ ਨਾਲ ਆਪਾਂ ਅੱਗੇ ਵਧੀਏ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਨੂੰ ਨਵੀਂ ਉਚਾਈ ਤੇ ਲੈ ਜਾਣ ਦਾ ਸੰਕਲਪ ਹਰ ਕੋਈ ਕਰੇ। ਦੀਵਾਲੀ ਤੋਂ ਬਾਅਦ ਇੱਕ ਨਵੀਂ ਉਮੰਗ, ਇੱਕ ਨਵੀਂ ਰੌਸ਼ਨੀ, ਇੱਕ ਨਵੀਂ ਊਰਜਾ ਆਪਾਂ ਨੂੰ ਨਵਾਂ ਕਰਨ ਦੀ ਤਾਕਤ ਦੇਵੇ। ਮੈਂ ਇੱਕ ਵਾਰ ਫੇਰ ਭਗਵਾਨ ਕੇਦਾਰਨਾਥ ਦੇ ਚਰਨਾਂ ਵਿੱਚ, ਆਦਿ ਸ਼ੰਕਰਾਚਾਰਿਆ ਜੀ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਹੋਏ ਆਪ ਸਭ ਨੂੰ ਮੈਂ ਇੱਕ ਵਾਰ ਫੇਰ ਦੀਵਾਲੀ ਦੇ ਇਸ ਮਹਾਪਰਵ ਤੋਂ ਲੈ ਕੇ ਛਠ ਪੂਜਾ ਤੱਕ ਅਨੇਕ ਤਿਉਹਾਰ ਆ ਰਹੇ ਨੇ, ਅਨੇਕ ਤਿਉਹਾਰਾਂ ਲਈ ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਪਿਆਰ ਨਾਲ ਬੋਲੋ, ਭਗਤੀ ਨਾਲ ਬੋਲੋ, ਜੀ ਭਰ ਕੇ ਬੋਲੋ, ਜੈ ਕੇਦਾਰ। जय केदार, जय केदार। धन्यवाद।